ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਕਿ ਬਿਨ ਸਿਮਰਨ ਹੈ ਆਤਮ ਘਾਤੀ, ਕਿ ਜੋ ਇਨਸਾਨ ਇਸ ਜਨਮ ਦੇ ਵਿੱਚ ਆ ਕੇ ਸਿਮਰਨ ਸਾਧਨਾ ਨਹੀਂ ਕਰਦੇ ਹਨ, ਕਹਿੰਦੇ ਫਿਰ ਉਹ ਆਪਣੇ ਆਪ ਦਾ ਆਪ ਹੀ ਘਾਣ ਕਰਦੇ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਸ ਸੰਸਾਰ ਦਾ ਵਿੱਚ ਮਨੁੱਖ ਦਾ ਜੋ ਜੀਵਨ ਲਕਸ਼ ਹੈ ਉਹ ਇਹੀ ਆ ਕਿ ਇੰਨੇ ਸੰਸਾਰ ਦੇ ਵਿੱਚ ਜਿੱਥੇ ਸਾਰੇ ਦੁਨਿਆਵੀ ਕੰਮ ਕਰਨੇ ਹਨ, ਇਹਨਾਂ ਦੁਨਿਆਵੀ ਕੰਮਾਂ ਤੋਂ ਜਿਹੜੀ ਮੁੱਖ ਪਹਿਲ ਹੈਗੀ ਉਹ ਸਿਮਰਨ ਸਾਧਨਾ ਨੂੰ ਦੇਣੀ ਆ। ਫਿਰ ਜਾ ਕੇ ਇਸ ਜੀਵ ਦੀ ਜਿਹੜੀ ਉਹ ਬੰਦ ਖਲਾਸੀ ਹੋ ਸਕਦੀ ਆ। ਜੇ ਆਉਂ ਕਹਿ ਲਓ ਕਿ ਮਨੁੱਖੀ ਜਨਮ ਦੇ ਵਿੱਚ ਆਉਣ ਦਾ ਜਿਹੜਾ ਉਹਦਾ ਪ੍ਰਯੋਜਨ ਹੈ ਫਿਰ ਹੀ ਪੂਰਾ ਹੋ ਸਕਦਾ, ਕਿ ਜਿੱਥੇ ਉਹਨੇ ਸੰਸਾਰ ਦੀ ਕਿਰਤ ਕਰਨੀ ਹੈ ਅਤੇ ਕਿਰਤ ਕਰਦਿਆਂ ਕਰਦਿਆਂ ਜਿਹੜੇ ਹੈਗੇ ਉਹ ਪਰਮੇਸ਼ਰ ਦਾ ਨਾਮ ਚਿੱਤ ਦੇ ਵਿੱਚ ਵੀ ਵਸਾਉਣਾ ਹੈ। ਜਿਵੇਂ ਬਾਣੀ ਨੇ ਕਿਹਾ ਕਿ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸ ਕਰਕੇ ਜਦੋਂ ਗੁਰਸਿੱਖ ਨੂੰ ਜਾਂ ਗੁਰਮੁਖ ਰੂਹਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਕਿ ਪ੍ਰਭ ਦਾ ਜਿਹੜਾ ਸਿਮਰਨ ਉਹ ਸਭ ਤੋਂ ਉੱਚਾ ਹੈਗਾ, ਕਿ ਸਭ ਤੋਂ ਅਗਰ ਉੱਚੀ ਅਤੇ ਸ੍ਰੇਸ਼ਟ ਚੀਜ਼ ਉਹ ਵਾਹਿਗੁਰੂ ਦਾ ਸਿਮਰਨ ਸਾਧਨਾ ਹੀ ਹੈ। ਪਰ ਇਹ ਜਿਹੜੀ ਸਿਮਰਨ ਸਾਧਨਾ ਹੈ ਇਹ ਜਿੱਥੇ ਜਗਿਆਸੂ ਜਾਂ ਆਮ ਮਨੁੱਖ ਜਿਹੜੇ ਹੈਗੇ ਆ ਉਹ ਦੀਕਸ਼ਾ ਲੈ ਕੇ ਆਪ ਕਰਨਾ ਸ਼ੁਰੂ ਕਰਦੇ ਆ, ਉੱਥੇ ਖਾਸ ਕਰਕੇ ਗੁਰਬਾਣੀ ਵਿੱਚ ਇਹ ਹਦਾਇਤ ਆ ਕਿ ਅਗਰ ਇਹਨੇ ਇਸ ਸਿਮਰਨ ਦੀ ਚਾਲ ਨੂੰ ਸਿਖਰਾਂ 'ਤੇ ਖੜਨਾ ਹੈਗਾ, ਇਸ ਚਾਲ ਦੇ ਵਿੱਚ ਉੱਨਤੀ ਕਰਨੀ ਹੈ, ਆਪਣੇ ਮਨ ਦੇ ਵਿੱਚ ਸਿਮਰਨ ਨੂੰ ਵਸਾਉਣਾ ਹੈ ਜਾਂ ਸਿਮਰਨ ਦਾ ਰੂਪ ਹੋਣਾ ਹੈ, ਫਿਰ ਇਹਨੂੰ ਇੱਕ ਚੀਜ਼ ਦੀ ਜਿਹੜੀ ਖਾਸ ਕਰਕੇ ਸਹਾਇਤਾ ਲੈਣੀ ਪੈਣੀ ਹੈ। क्योंकि वाणी ने फरमान कर दिता, फैसला देता कि प्रभ का सिमरन साध के संग, कि जिहड़ा परमात्मा का सिमरन है वाहिगुरू का सिमरन है वो साध की संगत तो बगैर जिहड़ा वो होना मुश्किल है। क्योंकि जिहड़ा साधु है वो जगियासू नूं ऐसी संगत दिंदा, ऐसा माहौल दिंदा है, ऐसा ਉਹਦੇ ਜੀਵਨ ਦੇ ਵਿੱਚ ਬਦਲਾਵ ਕਰਦਾ ਤਾਂ ਜੋ ਉਹਦਾ ਜਿਹੜਾ ਸਿਮਰਨ ਹੈ ਉਹ ਬਿਨਾਂ ਕਿਸੇ ਰੋਕ ਟੋਕ ਤੋਂ, ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਰੁਕਾਵਟ ਤੋਂ ਜਿਹੜਾ ਹੈਗਾ ਉਹ ਤੇਜ਼ੀ ਦੇ ਨਾਲ ਜਿਹੜਾ ਹੈਗਾ ਉਹ ਅੱਗੇ ਤੋਂ ਅੱਗੇ ਚੜ੍ਹਦੀ ਕਲਾ ਵਿੱਚ ਜਾਵੇ। ਸੋ ਇਸ ਕਰਕੇ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਹਨ, ਜਦੋਂ ਉਹ ਜਗਿਆਸੂ ਜਿਹੜੇ ਹੈ ਉਹਨਾਂ ਦੇ ਨਾਲ ਸਿਮਰਨ ਸਾਧਨਾ ਵਾਸਤੇ ਆਪਣਾ ਰਾਸਤਾ ਕਾਇਮ ਕਰਦੇ ਆ, ਫਿਰ ਇਸ ਦੇ ਵਿੱਚ ਜਿਹੜੀਆਂ ਸਭ ਤੋਂ ਵੱਡੀਆਂ ਗੱਲਾਂ ਹੈ ਉਹ ਹੈਗਾ, ਸਭ ਤੋਂ ਪਹਿਲਾਂ ਜਿਵੇਂ ਮਹਾਂਪੁਰਖ ਦੱਸ ਦਿੰਦੇ ਆ ਕਿ ਜਿਸ ਨੇ ਵੀ ਇਸ ਪਰਮਾਰਥ ਦੇ ਮਾਰਗ ਦੇ ਵਿੱਚ ਆਉਣਾ ਉਹਨੂੰ ਭੱਬੇ ਬਣਨੇ ਪੈਣੇ ਆ। ਤਾਂ ਇਸੇ ਤਰ੍ਹਾਂ ਅਗਰ ਸਿਮਰਨ ਸਾਧਨਾ ਦੇ ਰਫਤਾਰ ਨੂੰ ਅਸੀਂ ਤੇਜ਼ ਕਰਨਾ, ਉੱਚਾ ਕਰਨਾ ਜਾਂ ਚੜ੍ਹਦੀ ਕਲਾ 'ਚ ਕਰਨਾ, ਫਿਰ ਸਾਨੂੰ 5 ਪੱਪਿਆਂ ਦੀ ਪੜ੍ਹਾਈ ਕਰਨੀ ਪੈਣੀ ਹੈ। ਇਹ 5 ਪੱਪੇ ਜਿੰਨੇ ਪੜ੍ਹ ਲਏ ਸਮਝ ਲਓ ਉਹਦਾ ਜਿਹੜਾ ਸਿਮਰਨ ਹੈ ਨਿਰਵਿਘਨ ਜਿਹੜਾ ਹੈ ਉਹ ਇੱਕ ਰਫਤਾਰ ਇੱਕ ਰਸ ਦੇ ਵਿੱਚ ਚੱਲਦਾ ਰਹੇਗਾ। ਸੋ ਦਾਸ ਅੱਜ ਇਹਨਾਂ 5 ਪੱਪਿਆਂ ਦੀ ਜਿਹੜੀ ਅਹਿਮੀਅਤ ਹੈ ਉਹ ਜਿਹੜੀ ਜੋ ਵਿਸ਼ੇਸ਼ਤਾ ਹੈਗੀ ਉਹ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਸਭ ਤੋਂ ਪਹਿਲਾਂ ਜਿਹੜਾ ਪੱਪਾ ਮਹਾਂਪੁਰਖ ਦੱਸਦੇ ਆ ਕਿ ਅਗਰ ਮਹਾਂਪੁਰਖਾਂ ਦੇ ਨਾਲ ਮਿਲ ਕੇ ਸਿਮਰਨ ਸਾਧਨਾ ਦੀ ਰਫਤਾਰ ਨੂੰ ਤੇਜ਼ ਕਰਨਾ ਤਾਂ ਸਭ ਤੋਂ ਪਹਿਲਾ ਪੱਪਾ ਹੈ ਪੈਸਾ। ਹੁਣ ਜਿਹੜਾ ਪੈਸਾ ਭਾਵ ਕੀ ਆ, ਧਨ ਦੌਲਤ ਮਾਇਆ। ਸੋ ਪੈਸੇ ਦਾ ਜਿਹੜਾ ਲੈਣ ਦੇਣਾ ਸਭ ਤੋਂ ਪਹਿਲਾਂ ਉਹਦਾ ਤਿਆਗ ਕਰਨਾ ਪੈਂਦਾ ਹੈਗਾ, ਜਿੰਨੇ ਮਹਾਂਪੁਰਖਾਂ ਦੇ ਸਾਥ ਰਹਿ ਕੇ ਸਿਮਰਨ ਕਰਨਾ ਪੈਂਦਾ ਜਾਂ ਸਿਮਰਨ ਦੇ ਵਿੱਚ ਆਪਣੀ ਰਫਤਾਰ ਨੂੰ ਉੱਚਾ ਕਰਨਾ। ਅਗਰ ਉਹ ਪੈਸੇ ਦੇ ਲੈਣ ਦੇਣ ਦੇ ਵਿੱਚ ਆਪਣੀ ਸੁਰਤ ਜਿਹੜੀ ਟਿਕਾਈ ਰੱਖਣਗੇ, ਫਿਰ ਸਿਮਰਨ ਦੀ ਜਿਹੜੀ ਰਫਤਾਰ ਹੈ ਉਹ ਬਿਲਕੁਲ ਬਹੁਤ ਸੁਸਤ ਅਤੇ ਨਾ ਮਾਤਰ ਹੋਵੇਗੀ। ਇਸ ਕਰਕੇ ਜ਼ਰੂਰੀ ਆ ਕਿ ਉਹਨੇ ਜਿਹੜੇ ਦੁਨਿਆਵੀ ਮਾਇਆ ਦਾ ਲੈਣ ਦੇਣ ਦਾ ਚੱਕਰ ਹੈਗਾ ਇਸ ਤੋਂ ਉੱਚੇ ਉੱਠਣਾ ਹੈਗਾ, ਅਤੇ ਇਹਦੇ ਵਿੱਚ ਉੱਚਿਆਂ ਉੱਠਦਿਆਂ ਹੀ ਫਿਰ ਸਿਮਰਨ ਸਾਧਨਾ ਦੀ ਰਫਤਾਰ ਜਿਹੜੀ ਹੈਗੀ ਉਹ ਜਾਰੀ ਰਹਿ ਸਕਦੀ ਹੈ। ਸੋ ਪਹਿਲਾਂ ਦੀ ਪੌੜੀ ਜਿਹੜੀ ਉਹ ਹੁੰਦੀ ਹੈ ਪੈਸਾ, ਮਾਇਆ, ਧਨ ਦੌਲਤ। ਇਸ ਤੋਂ ਆਪਣੇ ਆਪ ਨੂੰ ਨਿਰਲੇਪ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਸਰਾ ਕੀ ਹੁੰਦਾ ਹੈ, ਦੂਸਰਾ ਮਹਾਂਪੁਰਖ ਦੱਸਦੇ ਹੈ ਕਿ ਦੂਸਰਾ ਹੁੰਦਾ ਹੈ ਪੂੜੀ। ਪੂੜੀ ਦਾ ਮਤਲਬ ਹੁੰਦਾ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਪੂੜੀ ਜਾਂ ਪੂੜੀਆਂ ਦਾ ਭਾਵ ਇਹ ਹੁੰਦਾ ਸੀਗਾ ਕਿ ਜਿਹੜੀ ਵੈਦ ਹਕੀਮੀ ਆ ਇਸ ਵੈਦ ਹਕੀਮੀ ਜਿਹੜੀ ਆ ਇਸ ਤੋਂ ਆਪਣੇ ਆਪ ਨੂੰ ਦੂਰ ਰੱਖਣਾ, ਦਵਾ ਦਾਰੂ ਤੋਂ। ਸੋ ਜਿਹੜੇ ਜਗਿਆਸੂ ਸਿਮਰਨ ਸਾਧਨਾ 'ਚ ਤਰੱਕੀ ਕਰਦੇ ਆ ਉਹ ਖਾਸ ਕਰਕੇ ਆਪਣੀ ਜਿਹੜੀ ਹਕੀਮੀ ਆ ਦੂਸਰੇ ਨੂੰ ਸਲਾਹ ਦੇਣ ਦੀ, ਇਹਦੇ ਤੋਂ ਆਪਣੇ ਆਪ ਨੂੰ ਕਾਫੀ ਕੋਹਾਂ ਦੂਰ ਰੱਖਦੇ ਆ
ਕਿਉਂ ਅਗਰ ਅਸੀਂ ਕਿਸੇ ਨੂੰ ਉਸ ਦੀ ਬਿਮਾਰੀ ਦੇ ਵਿੱਚ ਜਾਂ ਉਹਦੇ ਬਿਮਾਰੀ ਦੇ ਉਤਰਾਅ ਚੜ੍ਹਾਅ ਜਾਂ ਇਲਾਜ ਜਾਂ ਬੇਇਲਾਜ ਦੀਆਂ ਗੱਲਾਂ ਜਿਹੜੀਆਂ ਦੱਸਣੀਆਂ ਸ਼ੁਰੂ ਕਰ ਦਿਆਂਗੇ ਤਾਂ ਵੀ ਜਿਹੜਾ ਨਾ ਸਿਮਰਨ ਹੈਗਾ ਇਹਦੀ ਰਫ਼ਤਾਰ ਬੜੀ ਘਟ ਜਾਂਦੀ ਆ। ਇਸ ਕਰਕੇ ਬੜਾ ਸੰਕੋਚ ਰੱਖਣਾ ਚਾਹੀਦਾ ਹੈਗਾ ਕਿ ਜਿਹੜੀ ਹੈ ਨਾ ਪੌੜੀ ਹੈ, ਦਵਾ ਦਾਰੂ ਹੈਗੀ ਆ ਜਾਂ ਹਕੀਮੀ ਹੈਗੀ ਆ, ਇਸ ਤੋਂ ਜਗਿਆਸੂ ਨੂੰ ਕਾਫੀ ਜਿਹੜਾ ਹੈਗਾ ਪਿੱਛੇ ਹਟਣਾ ਚਾਹੀਦਾ ਹੈਗਾ, ਤਾਂ ਜੋ ਜਦ ਤੱਕ ਉਹਦਾ ਸਿਮਰਨ ਸਾਧਨਾ ਦੀ ਰਫ਼ਤਾਰ ਉੱਚੀ ਨਾ ਹੋ ਜਾਵੇ, ਜਾਂ ਇਉਂ ਕਹਿ ਲਓ ਕਿ ਜਦ ਤੱਕ ਸਿਮਰਨ ਜਿਹੜਾ ਨਾ ਉਹਦੀ ਜ਼ਿੰਦਗੀ ਦੇ ਵਿੱਚ ਪੱਕ ਨਾ ਜਾਵੇ, ਕਿਸੇ ਐਸੀ ਮੰਜ਼ਿਲ 'ਤੇ ਨਾ ਪਹੁੰਚ ਜਾਵੇ, ਤੱਕ ਇਨਸਾਨ ਨੂੰ ਇਹਨਾਂ ਜਿਹੜੀਆਂ ਜੋ ਦਵਾ ਦਾਰੂ ਦੇ ਭੇਦ ਹੈਗੇ ਆ, ਚਾਹੇ ਉਹ ਜਾਣਦਾ ਚਾਹੇ ਨਹੀਂ ਜਾਣਦਾ, ਇਸ ਤੋਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਪਰਹੇਜ਼ ਰੱਖ ਕੇ ਨਾ ਪਿੱਛੇ ਰੱਖਣਾ ਚਾਹੀਦਾ ਹੈ। ਤੀਸਰਾ ਮਹਾਂਪੁਰਖ ਦੱਸਦੇ ਸੀ ਕਿ ਤੀਸਰਾ ਜਿਹੜਾ ਹੁੰਦਾ ਹੈ ਉਹ ਆਪਣੇ ਆਪ ਨੂੰ ਪਰਹੇਜ਼ ਰੱਖਣਾ ਪੈਂਦਾ। ਉਹ ਤੀਸਰਾ ਪੱਪਾ ਹੁੰਦਾ ਹੈ ਪੱਤਰਕਾ। ਪੱਤਰਕਾ ਦਾ ਮਤਲਬ ਹੈ ਜੋਤਿਸ਼ ਦਾ ਇਲਮ। ਭਾਵ ਕੀ ਆ, ਕਈ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਜੋਤਿਸ਼ ਹੈਗਾ ਅਗਰ ਉਹ ਜਾਣਦੇ ਵੀ ਹੁੰਦੇ ਆ ਤਾਂ ਇਸ ਜੋਤਿਸ਼ ਤੋਂ ਵੀ ਆਪਣੇ ਆਪ ਨੂੰ ਜਿਹੜਾ ਨਾ ਪਰੇ ਰੱਖਣਾ ਪੈਂਦਾ ਹੈਗਾ, ਤਾਂ ਜੋ ਸਿਮਰਨ ਸਾਧਨਾ ਦੀ ਜਿਹੜੀ ਰਫ਼ਤਾਰ ਹੈਗੀ ਆ ਉਹ ਨਿਰੰਤਰ ਬਣੀ ਰਹੇ। ਸੋ ਇਹ ਜੋਤਿਸ਼ ਦੇ ਜੋ ਵੀ ਜਿਹੜੇ ਜੋ ਕਰਮ ਹੈਗੇ ਆ, ਜਾਂ ਇਉਂ ਕਹਿ ਲਓ ਕਿ ਜੋਤਿਸ਼ ਦੀਆਂ ਜੋ ਵੀ ਗੱਲਾਂ ਹਨ, ਇਸ ਨੂੰ ਆਪਣੇ ਆਪ ਤੋਂ ਬਾਹਰ ਕੱਢ ਕੇ ਤਿਆਗ ਕੇ ਸਿਮਰਨ ਸਾਧਨਾ ਦੇ ਵਿੱਚ ਨਿਰੰਤਰ ਧਿਆਨ ਜਿਹੜਾ ਹੈਗਾ ਉਹ ਦੇਣਾ ਪੈਂਦਾ ਹੈਗਾ। ਫਿਰ ਜਿਹੜਾ ਚੌਥਾ ਪੱਪਾ ਮਹਾਂਪੁਰਖ ਪੜ੍ਹਾਉਂਦੇ ਆ ਉਹ ਹੁੰਦਾ ਹੈ ਪੱਤਰ। ਭਾਵ ਕੀ ਹੈ ਕਿ ਸੁਨੇਹਾ, ਚਿੱਠੀ ਪੱਤਰ, ਜਿਵੇਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮੋਬਾਇਲ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੇ ਸਿਮਰਨ ਸਾਧਨਾ ਮਹਾਂਪੁਰਖ ਦੇ ਨਾਲ ਕਰਦੇ ਆ, ਸੋ ਉਹਨੂੰ ਆਪਣੇ ਖਾਸ ਕਰਕੇ ਘਰ ਦੇ ਕਰੀਬੀ ਰਿਸ਼ਤੇਦਾਰ, ਸੱਜਣ ਮਿੱਤਰ ਜਾਂ ਹੋਰ ਵੀ ਜਿਹੜੇ ਦੁਨੀਆ ਦੇ ਸੰਬੰਧ ਹੈਗੇ ਆ, ਉਹਨਾਂ ਤੋਂ ਆਪਣੇ ਆਪ ਨੂੰ ਕਾਫੀ ਦੂਰ ਰੱਖਣਾ ਪੈਂਦਾ ਹੈਗਾ, ਤਾਂ ਜੋ ਇਹ ਸੰਬੰਧ ਜੁੜਨ ਦੇ ਨਾਲ ਅਗਰ ਇਨਸਾਨ ਦੀ ਜਿਹੜੀ ਤਰੱਕੀ ਹੈਗੀ ਆ ਉਹ ਸਿਮਰਨ ਸਾਧਨਾ ਦੇ ਵਿੱਚ ਘਟੇ ਨਾ। ਇਸ ਕਰਕੇ ਸੰਸਾਰੀ ਜਿੰਨੀਆਂ ਵੀ ਜਿਹੜੀਆਂ ਉਹ ਮੇਲ ਮਿਲਾਪ ਦੀਆਂ ਗੱਲਾਂ ਹੈਗੀਆਂ, ਇਹ ਤੋਂ ਆਪਣੇ ਆਪ ਨੂੰ ਸੰਕੋਚ ਰੱਖਣਾ ਚਾਹੀਦਾ ਹੈਗਾ। ਸੋ ਧਿਆਨ ਜਿਹੜਾ ਜਾਂ ਧਿਆਨ ਦੀ ਜਿਹੜੀ ਇਕਾਗਰਤਾ ਹੈਗੀ ਉਹ ਕੇਵਲ ਅਤੇ ਕੇਵਲ ਜਿਹੜਾ ਤੁਹਾਡਾ ਨਿਸ਼ਾਨਾ ਸਿਮਰਨ ਸਾਧਨਾ ਦਾ ਹੈਗਾ, ਮਹਾਂਪੁਰਖ ਦੱਸਦੇ, ਉਸ ਨੂੰ ਹੀ ਜਿਹੜਾ ਨਾ ਪਹਿਲ ਦੇ ਆਧਾਰ 'ਤੇ ਦੇਖਣਾ ਚਾਹੀਦਾ ਹੈ। ਬਾਕੀ ਇੱਕੋ ਹੀ ਰਿਸ਼ਤਾ ਅਕਾਲ ਪੁਰਖ ਦਾ ਹੈਗਾ, ਕਿਉਂਕਿ ਬਿਨਾਂ ਸਿਮਰਨ ਸਾਧਨਾ ਤੋਂ ਪਰਮੇਸ਼ਰ ਦੇ ਨਾਲ ਕਦੀ ਰਿਸ਼ਤਾ ਨਹੀਂ ਬਣਦਾ ਹੈਗਾ। ਸੋ ਦੁਨਿਆਵੀ ਰਿਸ਼ਤੇ ਤਾਂ ਜਿਹੜੇ ਹੈਗੇ ਆ ਉਹ ਬਿਨਾਂ ਯਾਦ ਤੋਂ, ਕਿਉਂਕਿ ਉਹ ਪੈਸੇ ਦੇ ਲੈਣ ਦੇਣ ਦੇ ਵਿੱਚ, ਜਾਂ ਇਉਂ ਕਹਿ ਲਓ ਕਿ ਜੋ ਵੀ ਇਨਸਾਨ ਇਸ ਦੁਨੀਆ 'ਚ ਆਇਆ ਉਹਦਾ ਕੋਈ ਨਾ ਕੋਈ ਰਿਸ਼ਤਾ ਕੁਦਰਤੀ ਤੌਰ 'ਤੇ ਬਣ ਹੀ ਜਾਂਦਾ, ਪਰ ਪਰਮੇਸ਼ਰ ਦੇ ਨਾਲ ਜਿਹੜਾ ਰਿਸ਼ਤਾ ਬਣਦਾ ਹੈਗਾ ਉਹ ਕੇਵਲ ਅਤੇ ਕੇਵਲ ਸਿਮਰਨ ਦੀ ਬਦੌਲਤ ਦੇ ਨਾਲ ਬਣਦਾ ਹੈਗਾ। ਇਸ ਕਰਕੇ ਇਸ ਤਰ੍ਹਾਂ ਹੀ ਹੋ ਸਕਦਾ ਹੈਗਾ ਕਿ ਅਗਰ ਅਸੀਂ ਪਹਿਲਾਂ ਸੰਸਾਰੀ ਰਿਸ਼ਤਿਆਂ ਦਾ ਤਿਆਗ ਕਰੀਏ ਤਾਂ ਫਿਰ ਹੀ ਸਾਡਾ ਪਰਮੇਸ਼ਰ ਦੇ ਨਾਲ ਸੱਚਾ ਅਤੇ ਜੋ ਸਦੀਵੀ ਰਿਸ਼ਤਾ ਹੈ ਨਾ ਉਹ ਜੁੜ ਸਕਦਾ ਹੈਗਾ। ਇਸ ਕਰਕੇ ਇਹ ਜਿਹੜਾ ਪੱਤਰ, ਚਿੱਠੀ ਪੱਤਰ, ਸੁਨੇਹਾ ਹੈਗਾ, ਇਸ ਤੋਂ ਵੀ ਆਪਣੇ ਆਪ ਨੂੰ ਜਿਹੜਾ ਹੈ ਨਾ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਪੰਜਵਾਂ ਪੱਪਾ ਜਿਹੜਾ ਮਹਾਂਪੁਰਖ ਦੱਸਦੇ ਆ ਉਹ ਹੁੰਦਾ ਹੈਗਾ ਪ੍ਰਭੂ ਦਾ ਸਿਮਰਨ, ਪਰਮੇਸ਼ਰ। ਸੋ ਭਾਵ ਕੀ ਹੈ ਕਿ ਜਦੋਂ ਅਸੀਂ ਸਿਮਰਨ ਸਾਧਨਾ 'ਚ ਪੈਣਾ, ਸਾਡਾ ਇਸ਼ਟ ਕੇਵਲ ਅਤੇ ਕੇਵਲ ਇੱਕੋ ਨਿਰਗੁਣ ਸਰੂਪ ਜੋ ਪਰਮਾਤਮਾ ਦਾ ਹੈਗਾ, ਉਸ ਦੀ ਹੀ ਜਿਹੜੀ ਹੈ ਨਾ ਵਿਲੱਖਣ ਜੋ ਸ਼ੋਭਾ ਹੈਗੀ ਆ, ਉਸ ਨੂੰ ਹੀ ਆਪਣੇ ਹਿਰਦੇ ਦੇ ਵਿੱਚ ਪ੍ਰਪੱਕ ਕਰਨਾ ਚਾਹੀਦਾ ਹੈ। ਸੋ ਜਿਹੜੇ ਗੁਰਮੁਖ ਰੂਹਾਂ ਇਸ ਪਰਮਾਰਥ ਦੇ ਰਸਤੇ 'ਤੇ ਤੁਰਦੀਆਂ ਹੈਗੀਆਂ, ਉਹ ਕੇਵਲ ਅਤੇ ਕੇਵਲ ਗੁਰੂ ਕੋਲ ਵਿੱਚੋਂ ਜਿਹੜੀ ਦਿੱਤੀ ਦੀਕਸ਼ਾ ਹੈਗੀ ਹੈ, ਜਾਂ ਜੋ ਸ਼ਬਦ ਮੰਤਰ ਹੈਗਾ, ਉਸ ਸ਼ਬਦ ਮੰਤਰ ਨੂੰ ਆਪਣੇ ਹਿਰਦੇ ਦੇ ਵਿੱਚ ਧਾਰ ਕੇ ਕੇਵਲ ਅਤੇ ਕੇਵਲ ਇੱਕੋ ਹੀ ਮੰਤਰ ਦਾ ਜਿਹੜੀ ਉਹ ਜਾਪ ਕਰਦੀਆਂ ਹੈ। ਸੋ ਆਪਣਾ ਇਹ ਜਿਹੜਾ ਇਸ਼ਟ ਹੈਗਾ ਨਿਰਗੁਣ ਵਾਹਿਗੁਰੂ ਜੋ ਪਰਮਾਤਮਾ ਦਾ ਅਟਲ ਸਦੀਵੀ ਰੂਪ ਹੈਗਾ, ਉਸੇ ਹੀ ਸ਼ਬਦ ਦੀ ਪ੍ਰਪੱਕਤਾ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ। ਭਾਵ ਕੀ ਹੈ ਕਿ ਇੱਕ ਵਾਰ ਜਦ ਵਾਹਿਗੁਰੂ ਕਹਿਣਾ ਹੈਗਾ ਤਾਂ ਬਸ ਉਸ ਵਾਹਿਗੁਰੂ ਨੂੰ ਸੁਣਨਾ ਹੈਗਾ, ਜਿੰਨਾ ਕਹਿਣਾ ਓਨਾ ਗਰਾਈ ਨਾ ਸੁਣਨਾ। ਇਹ ਅਭਿਆਸ ਜਿਹੜਾ ਹੈ ਨਾ ਇਹ ਹੌਲੀ ਹੌਲੀ ਜਿਹੜਾ ਹੈਗਾ ਇਸ ਸਿਮਰਨ ਸਾਧਨਾ ਵਿੱਚ ਪਕਾਉਣਾ ਹੈਗਾ, ਤਾਂ ਜੋ ਇਹ ਜਿਹੜਾ ਸ਼ਬਦ ਹੈਗਾ ਇਹ ਐਸਤਾ ਜਿਹੜਾ ਹੈਗਾ ਉਹ ਸਾਡੀ ਜੇਨ ਦੇ ਵਿੱਚ, ਸਾਡੀ ਪਕੜ ਦੇ ਵਿੱਚ, ਜਾਂ ਹਿਰਦੇ ਦੇ ਅੰਤਰਕਰਨ ਦੀ ਗਹਿਰਾਈ ਦੇ ਵਿੱਚ ਜਿਹੜਾ ਹੈ ਨਾ ਉਹ ਅੰਮ੍ਰਿਤ ਰੂਪ ਹੋ ਕੇ ਟਿਕ ਸਕੇ। ਇਸ ਕਰਕੇ ਸਾਡਾ ਜਿਹੜਾ ਇਸ਼ਟ ਕੇਵਲ ਅਤੇ ਕੇਵਲ ਵਾਹਿਗੁਰੂ ਹੋਣਾ ਚਾਹੀਦਾ ਹੈਗਾ। ਉਹ ਪਰਮੇਸ਼ਰ ਜਿਸ ਦੇ ਇਸ ਬ੍ਰਹਿਮੰਡ ਦੇ ਵਿੱਚ ਇੱਕ ਨਹੀਂ ਅਨੰਤ ਰੂਪ ਹੋ ਕੇ ਉਹ ਜਿਹੜੀ ਸ਼ਕਤੀ ਹੈਗੀ ਉਹ ਪਸਰੀ ਹੋਈ ਹੈਗੀ ਆ, ਅਤੇ ਉਸ ਅਨੇਕਤਾ ਵਿੱਚ ਹੁੰਦਿਆਂ ਹੋਏ ਵੀ ਵਾਹਿਗੁਰੂ ਜਿਹੜਾ ਹੈ ਨਾ ਉਹ ਇੱਕ ਹੈਗਾ। ਸਭ 'ਚ ਰਹਿੰਦਿਆਂ ਹੋਏ ਵੀ ਉਹ ਸ਼ਕਤੀ ਜਿਹੜੀ ਉਹ ਸਭ ਤੋਂ ਨਿਰਲੇਪ ਹੈਗੀ ਆ। ਸੋ ਜਿਹਨੂੰ ਬਾਣੀ ਨੇ ਕਹਿਤਾ ਹੈ ਕਿ ਏਕੋ ਸਿਮਰੇ ਨਾਨਕਾ ਜੋ ਜਲ ਥਲ ਰਿਹਾ ਸਮਾਏ,
ਦੂਜਾ ਕਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਫਿਰ ਦੂਸਰੇ ਦਾ ਜਿਹੜਾ ਸਿਮਰਨ ਹੈਗਾ ਉਹ ਜਿਹੜਾ ਹਰਗਜ਼ ਨਹੀਂ ਜਿਹੜਾ ਮਨ ਦੇ ਵਿੱਚ ਧਾਰਨਾ ਕਰਨਾ ਚਾਹੀਦਾ, ਜਿਹੜਾ ਆਵਾਗਣ ਦੇ ਵਿੱਚ ਜੀਵ ਜਿਹੜਾ ਹੈਗਾ ਉਹ ਟਿਕਿਆ ਹੋਇਆ ਹੈ। ਸਿਰਫ ਇੱਕ ਨਿਰਗੁਣ ਦੀ ਉਪਾਸਨਾ ਹੀ ਜਿਹੜਾ ਹੈ ਨਾ ਉਹ ਹੀ ਜਿਹੜੀ ਹੈ ਉਸ ਸਿਮਰਨ ਸਾਧਨਾ ਦੇ ਵਿੱਚ ਜੀਵ ਨੂੰ ਸਭ ਤੋਂ ਉੱਚਾ ਸ੍ਰੇਸ਼ਟ ਤੇ ਪਰਮ ਪਦ ਦੀ ਪਦਵੀ ਜਿਹੜੀ ਹੈ ਉਹ ਦਿਵਾ ਸਕਦੀ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਸਿਮਰਨ ਦੀ ਰਫਤਾਰ ਨੂੰ ਤੇਜ਼ ਕਰਨਾ ਜਾਂ ਸਿਮਰਨ ਦਾ ਸਹੀ ਆਨੰਦ ਮਾਣਨਾ ਜਾਂ ਸਿਮਰਨ ਦੇ ਸਦਕਾ ਆਪਣੀ ਚੜ੍ਹਦੀ ਕਲਾ ਬਣਾਉਣੀ ਹੈ, ਸੋ ਉਸ ਨੂੰ ਇਹ ਜਿਹੜੇ 5 ਪੱਪੇ ਆ ਨਾ, ਇਹਨਾਂ 5 ਪੱਪਿਆਂ ਦੇ ਪਿੱਛੇ ਜਿਹੜੇ ਜੋ ਸਿਧਾਂਤ ਹੈਗੇ ਆ, ਇਹਨਾਂ ਸਿਧਾਂਤਾਂ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਇਹਨਾਂ 'ਤੇ ਤੁਰ ਕੇ ਫਿਰ ਜਿਹੜਾ ਹੈਗਾ ਉਹ ਸਿਮਰਨ ਸਾਧਨਾ ਦੇ ਵਿੱਚ ਆਪਣੇ ਆਪ ਦੀ ਪਰਪੱਕਤਾ ਜਿਹੜੀ ਹੈ ਉਸ ਨੂੰ ਸਦੀਵੀ ਬਣਾਉਣਾ ਹੈਗਾ। ਸੋ ਸਾਨੂੰ ਚਾਹੀਦਾ ਹੈਗਾ ਕਿ ਜਦੋਂ ਅਸੀਂ ਕਿਸੇ ਪੂਰਨ ਮਹਾਂਪੁਰਖ ਜਿਨ੍ਹਾਂ ਨੇ ਸਿਮਰਨ ਸਾਧਨਾ ਦੇ ਵਿੱਚ ਆਪਣੇ ਆਪ ਨੂੰ ਉੱਚਾ ਚੱਕਿਆ ਹੈ ਨਾ, ਸ੍ਰੇਸ਼ਟ ਬਣਾਇਆ ਹੈਗਾ, ਜਦੋਂ ਉਹਨਾਂ ਦੀ ਦੇਖ ਰੇਖ ਜਾਂ ਨਜ਼ਰ ਜਾਂ ਕਿਰਪਾ ਦ੍ਰਿਸ਼ਟੀ ਦੇ ਹੇਠ ਜਦੋਂ ਅਸੀਂ ਸਿਮਰਨ ਸਾਧਨਾ ਕਰਨੀ ਆ, ਫਿਰ ਸਾਨੂੰ ਇਹਨਾਂ 5 ਪੱਪੇ ਜਿਹੜੇ ਹੈਗੇ ਆ ਇਹਨਾਂ ਨੂੰ ਆਪਣੇ ਅੰਤਰ ਦੇ ਵਿੱਚ ਵਸਾ ਕੇ ਜਿਹੜਾ ਹੈ ਨਾ ਆਪਣਾ ਜੋ ਸਿਮਰਨ ਦਾ ਮਾਰਗ ਹੈਗਾ ਇਸ ਨੂੰ ਸਹੇਲਾ ਕਰਨਾ ਹੈਗਾ। ਅਤੇ ਜਦੋਂ ਇਹ ਮਾਰਗ ਸਹੇਲਾ ਹੋ ਜਾਏਗਾ ਫਿਰ ਸਾਡਾ ਜਿਹੜਾ ਲੋਕ ਅਤੇ ਪਰਲੋਕ ਦੋਨੇ ਜਿਹੜੇ ਹੈ ਉਹ ਸੁਖੀ ਹੋ ਸਕਦੇ ਹੈ। ਸੋ ਦਾਸ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।